लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। जी का खालसा वाहिगुरु जी की फतेह। अंग है 474, ਹੁਣ तक 475, ਹੁਣ तक ਭਗਤਾਂ ਬਾਣੀ ਦੇ ਕਬੀਰ ਸਾਹਿਬ ਦਾ ਪਹਿਲਾ ਸ਼ਬਦ ਜਿਹੜਾ ਸੰਪੂਰਨ ਹੋਇਆ। ਆਸਾ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ। ਹਾਂਜੀ। ਆਸਾ ਗੱਜ ਸਾਡੇ ਤੈ ਤੈ ਧੋਤੀਆਂ, ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਤੇਰੇ ਪਾਇਨ ਤੱਗ, ਗਲੇ ਜਿਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ। ਕਿਉਂਕਿ ਜਿਹੜਾ ਪਹਿਲਾ ਸ਼ਬਦ ਕਬੀਰ ਸਾਹਿਬ ਦੱਸ ਆਏ ਨੇ, ਇੱਥੇ ਜਿਹੜੀ ਵਿਚਾਰ ਕਰਦੇ ਨੇ ਕਿ ਜਿਹੜੇ ਉਸ ਪ੍ਰਮਾਤਮਾ ਤੋਂ ਵਿਛੜੇ ਹੋਏ ਨੇ, ਉਸ ਵਾਹਿਗੁਰੂ ਅਕਾਲ ਪੁਰਖ ਤੋਂ ਵਿਛੜੇ ਹੋਏ ਜੀਵ ਨੇ ਜਿਹੜੇ, ਉਹ ਬਾਹਰਲਾ ਪਖੰਡ ਭਾਵੇਂ ਜੋ ਮਰਜ਼ੀ ਪੇ ਕਰੀ ਜਾਣ, ਧਰਮ ਦਾ ਕਿਸੇ ਵੀ ਪਖੰਡ ਨਾਲ ਕੋਈ ਸੰਬੰਧ ਨਹੀਂ। ਕਰਮ ਧਰਮ ਪਖੰਡ ਜੋ ਦਿਸੈ ਤਿਸ ਜਮ ਜਗਾਤੀ ਲੂਟੈ। ਅਤੇ ਕਬੀਰ ਸਾਹਿਬ ਕਾਂਸ਼ੀ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਬ੍ਰਾਹਮਣ ਦਾ ਸਭ ਤੋਂ ਜ਼ਿਆਦਾ ਗੜ੍ਹ ਰਿਹਾ ਕਾਂਸ਼ੀ ਜਿਹੜਾ ਹੈ, ਬਨਾਰਸ ਜਿਹੜਾ ਹੈ, ਉਹ ਗੜ੍ਹ ਰਿਹਾ ਹਿੰਦੂਆਂ ਦਾ, ਜਿਹਨੂੰ ਆਪਾਂ ਕਹਿ ਦਈਏ ਕਿ ਯੂਨੀਵਰਸਿਟੀ, ਉਹ ਉੱਥੋਂ ਦੀ ਯੂਨੀਵਰਸਿਟੀ ਰਹੀ ਹੈ। ਉੱਥੋਂ ਜਾ ਕੇ ਪੜ੍ਹ ਕੇ ਆਉਂਦੇ, ਚਾਰੇ ਵੇਦਾਂ ਦਾ ਗਿਆਨ ਕਰਦੇ, ਇੱਥੇ ਕਬੀਰ ਸਾਹਿਬ ਵੀ ਉੱਥੇ ਰਹੇ ਨੇ। ਪਰ ਮਹਾਰਾਜ ਜੀ ਕਹਿੰਦੇ ਕਿ ਜਿਹੜੇ ਬਾਹਰਲਾ ਪਹਿਰਾਵਾ ਹੈ, ਬਾਹਰਲਾ ਦਿਖਾਵਾ ਹੈ, ਉਹਦੇ ਨਾਲ ਪ੍ਰਮਾਤਮਾ ਦਾ ਕੋਈ ਲੈਣਾ ਦੇਣਾ ਨਹੀਂ ਹੈ ਚੀਜ਼ਾਂ ਦਾ। ਆਸਾ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਇਹਨੇ ਗਲਾਂ ਵਿੱਚ ਤਿੰਨ ਤਿੰਨ ਡੋਰਾਂ ਦੇ ਜਨੇਊ ਪਾਏ ਨੇ, ਤੇ ਨਾਲ ਧੋਤੀਆਂ ਬੰਨੀਆਂ ਨੇ, ਤਿੰਨ ਲੜਾਂ ਵਾਲੀਆਂ ਬਣਾ ਕੇ ਬੜੀ ਵਧੀਆ, ਕਿਉਂਕਿ ਬ੍ਰਾਹਮਣ ਜਿਹੜਾ ਹੈ ਉਹ ਤਿੰਨ ਗਏ ਧੋਤੀ ਪਾਉਂਦਾ ਹੈ। ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਤੇ ਗਲਾਂ ਦੇ ਵਿੱਚ ਮਾਲਾ ਪਾਈਆਂ ਨੇ ਰੁਦਾਸ਼ਕ ਦੀਆਂ ਤਰ੍ਹਾਂ ਤਰ੍ਹਾਂ ਦੀਆਂ, ਤੇ ਨਾਲ ਹੱਥਾਂ ਵਿੱਚ ਲੋਟੇ ਫੜੇ ਨੇ ਬੜੇ ਮਾਂਜ ਕੇ, ਬੜੇ ਵਧੀਆ ਸੁੰਦਰ ਸੁਜਾ ਕੇ। ਵੇਖਣ ਨੂੰ ਲੱਗਦਾ ਹੈ ਕਿ ਬਹੁਤ ਹੀ ਵੱਡਾ ਕੋਈ ਬ੍ਰਾਹਮਣ ਹੋਏਗਾ, ਬਹੁਤ ਹੀ ਵੱਡਾ ਪੂਜਨੀਕ ਹੋਏਗਾ, ਪਰ ਅੰਦਰੋਂ ਕੁਝ ਹੋਰ ਹੈ। ਹਾਂਜੀ। ਓਏ ਹਰ ਕੇ ਸੰਤ ਨ ਆਖੀਐ, ਓਏ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ, ਓਏ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ। ਤੇ ਕਬੀਰ ਸਾਹਿਬ ਨੇ ਨਾਲ ਫੈਸਲਾ ਦਿੱਤਾ ਕਿ ਜਿਹੜੀ ਇਸ ਤਰ੍ਹਾਂ ਸਿਰਫ ਬਾਹਰਲਾ ਪਹਿਰਾਵਾ ਹੈ, ਬਾਹਰਲਾ ਪਹਿਰਾਵਾ ਤੇ ਹੈ ਦਿਖਾਉਣ ਨੂੰ, ਪਰ ਪੱਲੇ ਕੁਝ ਨਹੀਂ। ਕਹਿੰਦੇ ਭਾਈ ਉਹ ਹਰੀ ਕੇ ਸੰਤ ਨਹੀਂ ਆਖੇ ਜਾ ਸਕਦੇ, ਉਹ ਤੇ ਬਨਾਰਸ ਦੇ ਠੱਗ ਨੇ, ਕਿਉਂਕਿ ਬਨਾਰਸ ਦੇ ਠੱਗ ਬੜੇ ਮਸ਼ਹੂਰ ਨੇ। ਇਹ ਵੀ ਨਾਲ ਉਹ ਦਿਖਾਵਾ ਕੁਝ ਹੋਰ ਹੈ, ਕਰਦੇ ਕੁਝ ਹੋਰ ਨੇ। ਕਹਿੰਦੇ ਇਹ ਵੀ ਉਹਨਾਂ ਵਿੱਚੋਂ ਹੀ ਨੇ ਫਿਰ ਕਬੀਰ ਸਾਹਿਬ, ਕਿਉਂਕਿ ਕਬੀਰ ਸਾਹਿਬ ਖੁਦ ਵੀ ਬਨਾਰਸ ਵਿੱਚ ਰਹੇ ਨੇ। ਤੇ ਕਬੀਰ ਸਾਹਿਬ ਕਹਿੰਦੇ ਭਾਈ ਉਹ ਹਰੀ ਕੇ ਸੰਤ ਨਹੀਂ ਕਹੇ ਜਾ ਸਕਦੇ, ਜਿਹੜੇ ਸਿਰਫ ਬਾਹਰਲੇ ਪਹਿਰਾਵੇ ਨਾਲ ਸੰਬੰਧਿਤ ਨੇ। ਧਰਮ ਦਾ, ਨਾਮ ਦਾ, ਸਿਮਰਨ ਦਾ ਪਹਿਰਾਵੇ ਨਾਲ ਕੋਈ ਲੈਣਾ ਦੇਣਾ ਨਹੀਂ। ਇੱਕ ਧਰਮੀ ਪੁਰਸ਼, ਇੱਕ ਗਿਆਨਵਾਨ ਬੰਦਾ ਜਿਹੜਾ ਵੀ ਮਰਜ਼ੀ ਪਹਿਰਾਵਾ ਪਾਉਂਦਾ ਹੈ, ਉਹਦੇ ਨਾਲ ਪਹਿਰਾਵੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ। ਤਾਂ ਇੱਥੇ ਕਬੀਰ ਸਾਹਿਬ ਨੇ ਗੱਲ ਕੀਤੀ, ਕਹਿੰਦੇ ਜਿਹੜੇ ਸਿਰਫ ਤੇ ਸਿਰਫ ਪਹਿਰਾਵੇ 'ਤੇ ਜ਼ੋਰ ਪਾਇਆ, ਜਿਨ੍ਹਾਂ ਨੇ ਅੰਦਰ ਬਾਣੀ ਨਹੀਂ, ਜੀਵਨ ਨਹੀਂ, ਭਾਈ ਉਹ ਹਰੀ ਕੇ ਸੰਤ ਨਹੀਂ ਆਖੇ ਜਾ ਸਕਦੇ, ਉੱਥੇ ਬਨਾਰਸ ਦੇ ਠੱਗ ਨੇ। ਹਾਂਜੀ।
ऐसे संत न मोको पावै, ऐसे संत न मोको भावै, डाला स्यों पे डागट कावै, डाला स्यों पेड़ा। रहाओ। ਕਿਉਂਕਿ ਰਹਾਉ ਦੀ ਪੰਕਤੀ ਵਿੱਚ ਕਬੀਰ ਸਾਹਿਬ ਨੇ ਇਹ ਗੱਲ ਆਖ ਦਿੱਤੀ ਕਿ ਐਸੇ ਸੰਤ ਨਾ ਮੋਕੋ ਭਾਵ ਹੈ। ਕਬੀਰ ਸਾਹਿਬ ਕਹਿੰਦੇ ਜਿਹੜੇ ਇਹੋ ਜਿਹੇ ਸੰਤ ਨੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਨੇ, ਭੇਖੀ ਨੇ ਜਿਹੜੇ, ਉਹ ਮੈਨੂੰ ਚੰਗੇ ਨਹੀਂ ਲੱਗਦੇ, ਭਾਉਂਦੇ ਨਹੀਂ। ਡਾਲਾ ਸਿਉ ਪੇਡਾ ਗਟਕਾਵੈ, ਕਹਿੰਦੇ ਜਿਹੜੇ ਪੂਰੇ ਦੇ ਪੂਰੇ ਪੇੜ ਨੂੰ ਡਾਲੀਆਂ ਸਮੇਤ ਹੜੱਪ ਕਰ ਜਾਂਦੇ ਨੇ, ਭਾਵ ਜਿਹੜੇ ਕਿ ਸਾਰਾ ਕੁਝ ਹੀ ਖਾ ਜਾਂਦੇ ਅਗਲੇ ਦਾ, ਜੋ ਜੀਵਨ ਦਾ ਕਰਮ ਹੈ ਉਹ ਸਭ ਕੁਝ ਹੀ ਖਾ ਪੀ ਜਾਂਦੇ ਨੇ। ਕਹਿੰਦੇ ਉਹ ਇਹੋ ਜਿਹੇ ਸੰਤ ਮੈਨੂੰ ਭਾਉਂਦੇ ਨਹੀਂ, ਚੰਗੇ ਨਹੀਂ ਲੱਗਦੇ, ਜਿਹੜੇ ਕਿ ਨਾਮ ਸਿਮਰਨ ਕਰਦੇ ਨੇ, ਨਾ ਨਾਮ ਜਪਦੇ, ਨਾ ਜੀਵਨ ਹੈ ਕੋਈ। ਕਹਿੰਦੇ ਉਹ ਤੇ ਸਾਰਾ ਕੁਝ ਹੀ ਖਾ ਗਏ ਆਪਣਾ, ਉਹ ਤੇ ਜੀਵਨ ਦਾ ਮੂਲ ਹੀ ਖਾ ਬੈਠੇ ਆਪਣਾ। ਇਹੋ ਜਿਹੇ ਸੰਤ ਮੈਨੂੰ ਭਾਉਂਦੇ ਨਹੀਂ, ਮੈਨੂੰ ਚੰਗੇ ਨਹੀਂ ਲੱਗਦੇ, ਕਬੀਰ ਸਾਹਿਬ ਕਹਿੰਦੇ। ਹਾਂਜੀ। बासन मांझ चरावै ऊपर, काठी धोए जलावै, बसदा खोद करैं दोए चूल्हे, सुदा खोज करें दोए चूल्हे, सारे मानस खावै, ਬਾਸਨ ਮਾਂਜ ਚਰਾਵੈ ਉਪਰ, ਕਾਠੀ ਧੋਏ ਜਲਾਵੈ। ਕਹਿੰਦੇ ਵੇਖੋ ਪਖੰਡ ਕਿੰਨਾ ਕਰਦੇ ਨੇ, ਵਿਖਾਵਾ ਕਿੰਨਾ ਕਰਦੇ ਨੇ, ਅਸੀਂ ਬੜੇ ਸੁੱਚੇ ਸੱਚੇ ਹਾਂ। ਸੁੱਚਮਤਾ ਸੁੱਚੇ ਇਹ ਨਾ ਆਖੀਐ, ਬਹਿਣ ਜੋ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਆਸਾ ਦੀ ਵਾਰ ਵਿੱਚ ਆਪਾਂ ਪੜ੍ਹ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਨੂੰ ਕਲੀਅਰ ਕੀਤਾ ਹੈ ਇੱਥੇ, ਕਿਉਂਕਿ ਇੱਕ ਉਸ ਸਾਧੂ ਦੀ ਗੱਲ ਕਰ ਰਹੇ ਨੇ ਜਿਹੜਾ ਕਿ ਬੜਾ ਆਪਣੇ ਆਪ ਨੂੰ ਸੁੱਚਮ ਕਹਾਉਂਦਾ ਹੈ, ਜਿਹੜਾ ਕਿ ਆਪ ਨੂੰ ਵੈਸ਼ਨੂ ਭਗਤ ਕਹਾਉਂਦਾ ਹੈ, ਅਪਰਸ ਕਹਾਉਂਦਾ ਹੈ, ਉਹਦੀ ਗੱਲ ਕਰਦੇ ਨੇ ਕਿ ਵਿਖਾਵਾ ਤੇ ਬਹੁਤ ਹੈ। ਬਾਸਨ ਮਾਂਜ ਚੜਾਵੈ ਉੱਪਰ, ਉਹ ਕਹਿੰਦੇ ਬਰਤਨਾਂ ਨੂੰ, ਭਾਂਡਿਆਂ ਨੂੰ ਚੰਗੀ ਤਰ੍ਹਾਂ ਮਾਂਜ ਕੇ ਫਿਰ ਚੁੱਲ੍ਹੇ ਚੜਾਉਂਦੇ ਨੇ। ਤੇ ਹੋਰ ਤਾਂ ਹੋਰ ਇਕੱਲੇ ਉਹਨੂੰ ਨਹੀਂ, ਕਹਿੰਦੇ ਲੱਕੜਾਂ ਵੀ ਧੋ ਧੋ ਕੇ ਬਾਲਦੇ ਨੇ, ਕਾਠੀ ਧੋਏ ਜਲਾਵੈ। ਕਹਿੰਦੇ ਲੱਕੜ ਵੀ ਪਹਿਲਾਂ ਲੱਕੜ ਨੂੰ ਧੋਣਗੇ, ਵੀ ਇਹਨੂੰ ਸਾਫ਼ ਕਰ ਲਈਏ ਚੰਗੀ ਤਰ੍ਹਾਂ, ਫਿਰ ਉਹਨੂੰ ਜਲਾਉਣਗੇ। ਵਿਖਾਵਾ ਬਹੁਤ ਹੈ। ਮਸੂਦਾ ਖੋਜ ਕਰੈਂ ਦੋਏ ਚੁੱਲ੍ਹੇ, ਸਾਰੇ ਮਾਨਸ ਖਾਵੈ। ਧਰਤੀ ਨੂੰ ਪੁੱਟ ਕੇ ਕਹਿੰਦੇ ਚੁੱਲ੍ਹਾ ਬਣਾਉਂਦੇ ਨੇ, ਬੜੀ ਸੁੱਚਮ ਰੱਖਦੇ ਨੇ, ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦੇ ਆਪਣੇ ਚੌਂਕੇ ਦੇ ਉੱਤੇ, ਪਰ ਕਹਿੰਦੇ ਪੂਰਾ ਦਾ ਪੂਰਾ ਬੰਦਾ ਖਾ ਜਾਂਦੇ ਨੇ, ਪੂਰਾ ਦਾ ਪੂਰਾ ਜੀਵਨ ਹੀ ਖਾ ਜਾਂਦੇ ਬੰਦੇ ਦਾ। ਕਹਿੰਦੇ ਉਸ ਨੂੰ ਤੁਸੀਂ ਕਿਵੇਂ ਕਹਿ ਦਿਓਗੇ ਕਿ ਉਸ ਪਰਮਾਤਮਾ ਦੇ ਜਪਣ ਵਾਲੇ ਨੇ, ਉਹ ਸੰਤ ਨੇ ਜਾਂ ਮਹਾਂਪੁਰਸ਼ ਨੇ। ਹਾਂਜੀ। होए पापी सदा फिर है अपराधी, ਓਏ ਪਾਪੀ ਸਦਾ ਫਿਰੈ ਅਪਰਾਧੀ, मुखों अपरस कहावै, ਮੁਖੋਂ ਅਪਰਸ ਕਹਾਵੈ। सदा सदा फिर है अभिमानी, सागल कुटुंब डुबावै, ਓਏ ਪਾਪੀ ਸਦਾ ਫਿਰੈ ਅਪਰਾਧੀ, ਮੁਖੋਂ ਅਪਰਸ ਕਹਾਵੈ। ਮਾਰੇ ਕਹਿੰਦੇ ਭਾਈ ਉਹ ਤੇ ਪਾਪੀ ਨੇ, ਕਿਉਂਕਿ ਮਨ ਵਿੱਚ ਤੇ ਪਾਪ ਹੈ ਨਾ, ਕਿ ਕਿਸੇ ਕੋਲੋਂ ਕਿਵੇਂ ਠੱਗਣਾ ਹੈ, ਮਨ ਅੰਦਰ ਪਾਪ ਹੈ। ਓਏ ਪਾਪੀ ਸਦਾ ਫਿਰੈ ਅਪਰਾਧੀ, ਕਹਿੰਦੇ ਘੁੰਮਦੇ ਰਹਿੰਦੇ ਨੇ ਇਸੇ ਕਰਕੇ ਅੰਦਰ ਅੰਦਰ ਅਪਰਾਧ ਕੋਈ ਨਾ ਕੋਈ ਕਰਦੇ ਰਹਿੰਦੇ ਨੇ। ਮੁਖੋਂ ਅਪਰਸ ਕਹਾਵੈ, ਤੇ ਮੁਖੋਂ ਆਪਣੇ ਆਪ ਨੂੰ ਅਪਰਸ ਕਹਾਉਂਦੇ ਨੇ ਜੀ, ਇਹ ਕਿਸੇ ਨੂੰ ਛੋਹਣ ਨਹੀਂ ਦਿੰਦੇ ਬਾਬਾ ਜੀ, ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣ ਦਿੰਦੇ, ਇਹ ਤੇ ਮਾਇਆ ਨੂੰ ਵੀ ਹੱਥ ਨਹੀਂ ਲਾਉਂਦੇ ਜੀ। ਕਹਿੰਦੇ ਵੇਖੋ ਅਪਰਸ ਕਹਾਉਂਦੇ ਨੇ, ਕਿਸੇ ਚੀਜ਼ ਨੂੰ ਨਹੀਂ ਛੋਹਦੇ। ਉਸ ਤਰ੍ਹਾਂ ਵਿਖਾਵਾ ਬਹੁਤ ਹੈ ਬਾਹਰੋਂ ਬਾਹਰੋਂ। ਸਦਾ ਸਦਾ ਫਿਰੈ ਅਭਿਮਾਨੀ, ਬਸ ਇਸੇ ਗੱਲ 'ਚ ਹੰਕਾਰੀ ਹੋਏ ਫਿਰਦੇ ਨੇ, ਹਮੇਸ਼ਾ ਅੰਦਰ ਹੰਕਾਰ ਰਹਿੰਦਾ ਹੈ ਕਿ ਮੈਂ ਅਪਰਸ ਹਾਂ, ਮੈਂ ਕਿਸੇ ਨੂੰ ਛੂੰਹਦਾ ਨਹੀਂ, ਲੋਕ ਮੇਰੇ ਪੈਰੀ ਹੱਥ ਲਾਉਂਦੇ ਨੇ ਪਰ ਮੈਂ ਕਿਸੇ ਨੂੰ ਨੇੜੇ ਨਹੀਂ ਟੁੱਕਣ ਦਿੰਦਾ। ਕਹਿੰਦੇ ਇਹਨਾਂ ਚੱਕਰਾਂ 'ਚ ਪਏ ਹੋਏ ਨੇ। ਸਦਾ ਸਦਾ ਫਿਰੈ ਅਭਿਮਾਨੀ, ਸਗਲ ਕੁਟੁੰਬ ਡੁਬਾਵੈ, ਆਪ ਤੇ ਡੁੱਬੇ ਡੁੱਬੇ ਨੇ, ਕਹਿੰਦੇ ਉਹਦੇ ਨਾਲ ਆਪਣਾ ਕੁਟੁੰਬ ਵੀ ਡੁੱਬ ਗਏ, ਭਾਵ ਪੂਰਾ ਪਰਿਵਾਰ ਨੂੰ ਵੀ ਡੁੱਬਾ ਦੇ ਗਏ ਨਾਲ। ਆਪ ਤੇ ਡੁੱਬੇ ਹੀ ਸਨ, ਕਹਿੰਦੇ ਪੂਰਾ ਪਰਿਵਾਰ ਵੀ ਨਾਲ ਡੁੱਬ ਗਏ।
ਹਾਂਜੀ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ, ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨ ਆਵੇ। ਅਖੀਰ ਚ ਕਬੀਰ ਸਾਹਿਬ ਨੇ ਫੈਸਲਾ ਦਿੱਤਾ ਆਪਣਾ, ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ। ਕਬੀਰ ਸਾਹਿਬ ਕਹਿੰਦੇ ਭਾਈ ਬੰਦੇ ਦੇ ਕੋਈ ਵਸ ਨਹੀਂ, ਕਿਉਂਕਿ ਉਸ ਮਾਲਕ ਨੇ ਜਿੱਧਰ ਨੂੰ ਕਿਸੇ ਨੂੰ ਲਾਇਆ ਲੱਗੇ ਹੋਏ, ਜਿੱਧਰ ਨੂੰ ਉਹਨੇ ਲਾਇਆ ਫਿਰ ਉਹੋ ਜਿਹੇ ਉਹ ਕਰਮ ਕਰਦਾ, ਉਹਨੂੰ ਉਹੀ ਚੰਗੇ ਲੱਗਣ ਲੱਗ ਪੈਂਦੇ ਨੇ। ਕਿਉਂਕਿ ਜਿਹੋ ਜਿਹਾ ਬੰਦਾ ਕਰਮ ਕਰਦਾ ਉਹਨੂੰ ਉਹ ਕਰਮ ਚੰਗੇ ਲੱਗਣ ਲੱਗ ਪੈਂਦੇ ਨੇ। ਸੂਰ ਹੈ, ਉਹਨੂੰ ਗੰਦਗੀ ਚੰਗੀ ਲੱਗਦੀ, ਉਹ ਗੰਦ ਵਿੱਚ ਹੀ ਡਿੱਗੇਗਾ ਜਾ ਕੇ। ਖੋਤਾ ਹੈ, ਉਹਨੂੰ ਨਵਾ ਦਿਓ, ਉਹਨੇ ਫੇਰ ਜਾ ਕੇ ਲਿਟਣਾ। ਹਾਥੀ ਨੂੰ ਇਸ਼ਨਾਨ ਕਰਾ ਦਿਓ, ਮੁੜ ਕੇ ਫੇਰ ਪਾ ਲੈਣੀ ਉਹਨੂੰ। ਜਿਹੜੇ ਬੰਦੇ ਨੂੰ ਝੂਠ ਬੋਲਣਾ, ਠੱਗੀ ਮਾਰ ਕੇ, ਰਿਸ਼ਵਤ ਲੈ ਕੇ, ਝੂਠ ਬੋਲ ਕੇ ਕਮਾਈ ਕਰਨ ਦੀ ਆਦਤ ਪੈ ਗਈ, ਉਹਨੂੰ ਉਹੀਓ ਚੰਗੀ ਲੱਗਦੀ ਹੈ, ਅਤੇ ਜਿਹਨੂੰ ਨਹੀਂ ਚੰਗੀ ਲੱਗਦੀ ਉਹਨੂੰ ਨਹੀਂ ਚੰਗੀ ਲੱਗਦੀ। ਬਸ ਗੱਲ ਇੰਨੀ ਹੋਈ ਹੈ। ਉਹ ਜਿੱਧਰ ਨੂੰ ਉਹਦਾ ਸੁਭਾਅ ਬਣ ਗਿਆ, ਕਬੀਰ ਸਾਹਿਬ ਕਹਿੰਦੇ ਭਾਈ ਉਧਰ ਨੂੰ ਲੱਗਿਆ, ਅਤੇ ਉਹੋ ਜਿਹੀ ਫਿਰ ਉਹ ਕਰਮ ਕਮਾਉਂਦਾ ਹੈ, ਉਹਨੂੰ ਉਹ ਕਰਮ ਚੰਗੇ ਲੱਗਦੇ ਨੇ। ਉਹ ਫਿਰ ਹੁੱਬ ਕੇ ਦੱਸਦਾ ਕਿ ਮੈਂ ਅੱਜ ਆਹ ਕੰਮ ਕੀਤਾ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੈ। ਕਬੀਰ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਨੂੰ ਸਤਿਗੁਰ ਆਣ ਮਿਲਦਾ ਹੈ ਨਾ, ਸੱਚ ਦਾ ਗਿਆਨ ਜਿਨ੍ਹਾਂ ਨੂੰ ਹੁੰਦਾ ਹੈ, ਗੁਰੂ ਕਿਰਪਾ ਕਰਦਾ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦਾ ਹੈ, ਪੁਨਰਪ ਜਨਮ ਨਾ ਆਵੈ। ਉਹ ਮੁੜ ਕੇ ਦੁਬਾਰਾ ਜਨਮ 'ਚ ਨਹੀਂ ਆਉਂਦਾ, ਜੰਮਣ ਮਰਨ ਦੇ ਗੇੜ 'ਚੋਂ ਨਿਕਲ ਜਾਂਦਾ ਹੈ। ਕਿਉਂਕਿ ਗੱਲ ਤੇ ਸੱਚ ਨਾਲ ਜੁੜਨ ਦੀ ਸੀ, ਸੱਚ ਦਾ ਗਿਆਨ ਪ੍ਰਾਪਤ ਕਰਨ ਦੀ ਸੀ। ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਅਤੇ ਮਹਾਰਾਜ ਕਹਿੰਦੇ ਫਿਰ ਉਹ ਜੰਮਣ ਮਰਨ ਦੇ ਗੇੜ 'ਚੋਂ ਨਿਕਲ ਗਿਆ। ਉਹ ਕਰਮ ਕਾਂਡਾਂ ਵਿੱਚ ਨਹੀਂ ਪਿਆ, ਉਹਨੇ ਫਿਰ ਕਰਮ ਕਰਨੇ ਸ਼ੁਰੂ ਕਰ ਦਿੱਤੇ, ਪਰ ਕਰਮ ਕਾਂਡਾਂ ਵਿੱਚ ਨਹੀਂ ਪਿਆ। ਹਾਂਜੀ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਕਿਉਂਕਿ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਸਾਡਾ ਅਸਲੀ ਪਿਤਾ ਜਿਹੜਾ ਹੈ ਉਹ ਪ੍ਰਮਾਤਮਾ ਹੈ। ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਾਉ ਕਿਹਾ ਕਾੜਾ ਜੀ। ਕਬੀਰ ਸਾਹਿਬ ਨੇ ਸ਼ਬਦ ਆਰੰਭ ਕੀਤਾ ਅਗਲਾ ਆਸਾ ਰਾਗ ਵਿੱਚ ਕਿ ਬਾਪ ਦਿਲਾਸਾ ਮੇਰੋ ਕੀਨਾ। ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿਸ ਤਰ੍ਹਾਂ ਪਿਤਾ ਪੁੱਤਰ ਨੂੰ ਦਿਲਾਸਾ ਦਿੰਦਾ ਹੈ, ਕਹਿੰਦੇ ਮੈਨੂੰ ਧੀਰਜ ਦੇ ਦਿੱਤਾ। ਸੇਜ ਸੁਖਾਲੀ, ਮੇਰਾ ਹਿਰਦੇ ਰੂਪੀ ਸੇਜ ਹੁਣ ਸੁਖੀ ਹੋ ਗਈ, ਕਿਉਂਕਿ ਉਸ ਵਾਹਿਗੁਰੂ ਅਕਾਲ ਪੁਰਖ ਨੇ ਮੇਰੇ ਮੁਖ ਵਿੱਚ ਨਾਮ ਪਾ ਦਿੱਤਾ, ਅੰਮ੍ਰਿਤ ਪਾ ਦਿੱਤਾ। ਹੁਣ ਮੁਖ ਤੋਂ ਭੈੜੀਆਂ ਗੱਲਾਂ ਨਹੀਂ ਨਿਕਲਦੀਆਂ, ਹੁਣ ਮੁਖ ਤੋਂ ਫੋਕਟ ਗੱਲਾਂ ਨਹੀਂ ਨਿਕਲਦੀਆਂ, ਹੁਣ ਮੁਖ ਤੋਂ ਨਾਮ ਦੀ ਗੱਲ ਹੁੰਦੀ ਹੈ, ਸਿਮਰਨ ਦੀ ਗੱਲ ਹੁੰਦੀ। ਹੁਣ ਮੈਨੂੰ ਦਿਲਾਸਾ ਦੇ ਦਿੱਤਾ, ਮੈਨੂੰ ਧੀਰਜ ਮਿਲ ਗਿਆ। ਹਾਂਜੀ। ਤਿਸ ਬਾਪ ਕੋ ਕਿਉ ਮਨ ਹੋ ਬਿਸਾਰੀ, ਇਸ ਬਾਪ ਕੋ ਕਿਉਂ ਮਨੋ ਬਿਸਾਰੀ, ਆਗੇ ਗਿਆ ਨ ਬਾਜੀ ਹਾਰੀ, ਤਿਸ ਬਾਪ ਕੋ ਕਿਉਂ ਮਨੋ ਬਿਸਾਰੀ। ਫਿਰ ਮਾਂ ਕਹਿੰਦੇ ਇਸ ਤਰ੍ਹਾਂ ਦੇ ਪਿਤਾ ਨੂੰ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਕਿਉਂ ਮਨੋ ਬਿਸਾਰੀਏ। ਆਗੇ ਗਿਆ ਨਾ ਬਾਜੀ ਹਾਰੀ, ਅੱਗੇ ਜਦੋਂ ਸੰਸਾਰ ਨੂੰ ਛੱਡਿਆ, ਹੁਣ ਕਹਿੰਦੇ ਇਹ ਫਿਰ ਜ਼ਿੰਦਗੀ ਦੀ ਬਾਜੀ ਹਾਰੀ ਨਹੀਂ, ਕਿਉਂਕਿ ਸਾਨੂੰ ਦਿਲਾਸਾ ਦਿੱਤਾ ਹੁਣ ਨਾਮ ਨਾਲ। ਸਰਬ ਰੋਗ ਕਾ ਔਖਦ ਨਾਮ, ਨਾਮ ਜਪਣ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਸੰਸਾਰ 'ਤੇ ਕਿਉਂ ਆਏ ਹਾਂ। ਨਾਮ ਜਪਣ ਨਾਲ ਇਹ ਗੱਲ ਚੇਤੇ ਰੱਖਿਓ ਕਿ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਅਸੀਂ ਕਿਹੜੀ ਸਟੇਜ 'ਤੇ ਖੜ੍ਹੇ ਹਾਂ। ਨਾਮ ਜਪਣ ਨਾਲ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਸਾਡਾ ਮਾਰਗ ਕੀ ਹੈ। ਨਾਮ ਜਪਣ ਨਾਲ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਮੇਰੀ ਔਕਾਤ ਕੀ ਹੈ।
ਇਸ ਕਰਕੇ ਮਹਾਰਾਜ ਕਹਿੰਦੇ ਹੁਣ ਅੱਗੇ ਫਿਰ ਜ਼ਿੰਦਗੀ ਦੀ ਬਾਜੀ ਬੰਦਾ ਹਾਰਦਾ ਨਹੀਂ। ਜਦੋਂ ਨਾਮ ਨਾਲ ਜੁੜਿਆ ਉਹਨੂੰ ਪਤਾ ਲੱਗ ਗਿਆ ਕਿ ਮੈਂ ਕੀ ਕਰਨ ਆਇਆ ਤੇ ਕੀ ਕੀਤਾ ਤੇ ਮੈਨੂੰ ਕੀ ਕਰਨਾ ਚਾਹੀਦਾ ਸੀ। ਉਹ ਇਸ ਕਰਕੇ ਉਹ ਜ਼ਿੰਦਗੀ ਦੀ ਬਾਜੀ ਨੂੰ ਹਾਰ ਕੇ ਨਹੀਂ ਜਾਂਦੇ, ਜਿੱਤ ਕੇ ਜਾਂਦੇ ਨੇ। ਹਾਂਜੀ। ਮੁਈ ਮੇਰੀ ਮਾਈ ਹਾਂ ਖਰਾ ਸੁਖਾਲਾ, ਮੁਈ ਮੇਰੀ ਮਾਈ ਹਾਂ ਖਰਾ ਸੁਖਾਲਾ, ਪਹਿਰੋਂ ਨਹੀਂ ਦਗਲੀ ਲੱਗੈ ਨਾ ਪਾਲਾ, ਰਹਾਓ। ਮੁਈ ਮੇਰੀ ਮਾਈ ਹਾਂ ਖਰਾ ਸੁਖਾਲਾ। ਇੱਥੇ ਮਾਂ ਕਹਿੰਦੇ ਨੇ ਮਾਇਆ ਨੂੰ, ਮੈਂ ਮੇਰੀ, ਕਹਿੰਦੇ ਅੰਦਰੋਂ ਮੇਰੀ ਮੈਂ ਮੇਰੀ ਮਰ ਗਈ, ਅੰਦਰੋਂ ਮਾਇਆ ਖਤਮ ਦਾ ਸੁਭਾਅ ਜਿਹੜਾ ਸੀ ਖਤਮ ਹੋ ਗਿਆ। ਹਾਂ ਖਰਾ ਸੁਖਾਲਾ, ਕਹਿੰਦੇ ਬੜਾ ਸੁਖਾਲਾ ਹੋਇਆ ਉਹਦੇ ਨਾਲ। ਵੇਖੋ ਅਸੀਂ ਮੰਗਦੇ ਹੀ ਮਾਇਆ। ਕਬੀਰ ਸਾਹਿਬ ਕਹਿੰਦੇ ਨੇ ਕਿ ਇਸ ਵੱਲੋਂ ਮਰਿਆ ਤੇ ਮੈਨੂੰ ਸੁਖਾਲਾ ਹੋ ਗਿਆ, ਸੁੱਖ ਮਿਲਿਆ। ਬਾਣੀ 'ਚ ਮਹਾਰਾਜ ਫਰਮਾਉਂਦੇ ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਪੇਖੈ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਮਝਾਉਂਦੇ ਨੇ ਮਹਾਰਾਜ ਥਾਂ ਥਾਂ ਬਾਣੀ ਦੇ ਵਿੱਚ। ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਇਸ ਮਾਇਆ ਵੱਲੋਂ ਮੁੱਖ ਮੁੜਿਆ, ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਖਤਮ ਹੋਈ, ਕਹਿੰਦੇ ਮੈਂ ਤੇ ਸੁਖਾਲਾ ਹੋ ਗਿਆ। ਹਉ ਖਰਾ ਸੁਖਾਲਾ, ਪਹਿਰੋਂ ਨੇ ਦਗਲੀ ਲਗੈ ਨਾ ਪਾਲਾ, ਕਹਿੰਦੇ ਹੁਣ ਮੈਂ ਫਕੀਰਾਂ ਵਾਲੀ ਦਗੜੀ ਨਹੀਂ ਪਹਿਨਦਾ, ਭਾਵ ਵਿਖਾਵਾ ਨਹੀਂ ਕਰਦਾ। ਹੁਣ ਮੈਨੂੰ ਮੌਤ ਦਾ ਡਰ ਵੀ ਨਹੀਂ ਰਿਹਾ, ਹੁਣ ਡਰਦਾ ਨਹੀਂ ਮੈਂ ਮੌਤ ਤੋਂ। ਕਹਿੰਦੇ ਮੌਤ ਤਾਂ ਕਦੋਂ ਵੀ ਆ ਸਕਦੀ, ਜਦੋਂ ਮਰਜ਼ੀ ਆਵੇ, ਕਿਉਂਕਿ ਮੌਤ ਦਾ ਡਰ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਪਕੜਿਆ ਸੰਸਾਰ ਉੱਤੇ, ਉਹਨਾਂ ਨੂੰ ਛੱਡਣਾ ਔਖਾ ਲੱਗਦਾ ਹੈ। ਤੇ ਬਾਬਾ ਫਰੀਦ ਜੀ ਨੇ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਹ ਹੈ ਅਵਸਥਾ ਜਦੋਂ ਗੁਰੂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਇਨਸਾਨ, ਤੇ ਉਹਨੂੰ ਸਮਝ ਆਈ ਕਿ ਜਿਸ ਮਾਇਆ ਨੂੰ ਮੈਂ ਚਿੰਬੜਿਆ ਬੈਠਾ ਸੀ, ਮੇਰੀ ਮੌਤ ਦਾ ਤੇ ਮੇਰੇ ਦੁੱਖਾਂ ਦਾ ਕਾਰਨ ਇਹ ਹੈ। ਸਭ ਤੋਂ ਵੱਡਾ ਦੁੱਖ ਹੈ ਮਾਇਆ ਜੀਵੜ ਦੁੱਖ ਨਹੀਂ ਕੋਏ, ਪਰ ਅਸੀਂ ਮਾਇਆ ਮਨੋ ਨ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ। ਇਸ ਕਰਕੇ ਉਸ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, ਤਾਂ ਕਰਕੇ ਦੁਖੀ। ਕਬੀਰ ਸਾਹਿਬ ਨੇ ਜਦੋਂ ਮੈਨੂੰ ਛੱਡਿਆ, ਮੂਈ ਮੇਰੀ ਮਾਈ ਹਉ ਖਰਾ ਸੁਖਾਲਾ, ਕਹਿੰਦੇ ਮੈਂ ਬੜਾ ਸੁਖਾਲਾ ਹੋ ਗਿਆ। ਤੇ ਹੁਣ ਪਹਿਰੋਂ ਨਹੀਂ ਦਗਲੀ, ਹੁਣ ਮੈਂ ਵਿਖਾਵੇ ਵਾਸਤੇ ਉੱਪਰ ਗੋਦੜੀਆਂ ਨਹੀਂ ਪਹਿਨਦਾ ਕਿ ਲੋਕ ਕਹਿਣ ਬੜਾ ਫਕੀਰ ਬੰਦਾ ਹੈ, ਬੜਾ ਫੱਕਰ ਜਿਹਾ ਬੰਦਾ ਹੈ। ਮੈਂ ਕਿਹਾ ਨਹੀਂ, ਕਹਿੰਦੇ ਨਾ ਹੀ ਹੁਣ ਮੈਨੂੰ ਮੌਤ ਦਾ ਡਰ ਹੈ। ਹਾਂਜੀ। ਬਲ ਤਿਸ ਬਾਪੈ ਜਿਨਹੁ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ, ਬਲ ਤਿਸ ਬਾਪੈ ਜਿਨਹੁ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ। ਕਬੀਰ ਸਾਹਿਬ ਕਹਿੰਦੇ ਮੈਂ ਸਦਕੇ ਜਾਨਾ, ਬਲਿਹਾਰ ਜਾਨਾ ਆਪਣੇ ਪਿਤਾ ਤੋਂ ਜਿਹਨੇ ਸਾਨੂੰ ਜਨਮਿਆ। ਸਤਿਗੁਰ ਕੇ ਜਨਮੈ ਗਵਨ ਮਟਾਇਆ। ਸਾਡਾ ਜਨਮ ਦੋ ਵਾਰ ਹੁੰਦਾ ਹੈ, ਇੱਕ ਤੇ ਮਾਂ ਦੇ ਪੇਟ ਤੋਂ, ਇੱਕ ਅਸੀਂ ਗੁਰੂ ਦੇ ਘਰ ਵਿੱਚ ਜਦੋਂ ਜਨਮ ਲੈਂਦੇ ਹਾਂ, ਅੰਮ੍ਰਿਤ ਛਕਦੇ ਹਾਂ, ਉਦੋਂ ਸਾਡਾ ਜਨਮ ਹੁੰਦਾ ਹੈ। ਉੱਥੇ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਸਾਡੀ ਮਾਤਾ ਸਾਹਿਬ ਦੇਵਾ ਹੈ, ਸਾਡਾ ਸ਼ਹਿਰ ਵਾਸੀ ਅਸੀਂ ਅਨੰਦਪੁਰ ਦੇ ਹਾਂ। ਜਦੋਂ ਅਸੀਂ ਸਤਿਗੁਰ ਦੇ ਘਰੇ ਜਨਮ ਲਿਆ, ਕਹਿੰਦੇ ਮੈਂ ਸਦਕੇ ਜਾਨਾ ਜਿਹਦੇ ਘਰ ਵਿੱਚ ਮੈਂ ਜਨਮ ਲਿਆ। ਆਪਣੇ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਦਿੱਤੀ, ਸਾਨੂੰ ਨਵਾਂ ਜੀਵਨ ਦਿੱਤਾ, ਜੀਵਨ ਦੀ ਜਾਂਚ ਦੱਸੀ। ਪੰਚਾਂ ਤੇ ਮੇਰਾ ਸੰਗ ਚੁਕਾਇਆ, ਕਹਿੰਦੇ ਕੀ ਕੀਤਾ ਉਹਨੇ? ਇਹ ਪੰਜਾਂ ਤੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਸਾਡਾ ਸੰਗ ਚੁਕਾ ਦਿੱਤਾ, ਦੂਰ ਕਰ ਦਿੱਤਾ। ਹੁਣ ਸਾਡਾ ਸੰਗ ਇਹਨਾਂ ਦੇ ਨਾਲ ਨਹੀਂ ਰਿਹਾ। ਹਾਂਜੀ। ਪੰਚ ਮਾਰ ਪਾਵਾ ਤਲ ਦੀਨੇ, ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਭੀਨਿਆ, ਸੋ ਗੁਰੂ ਨੇ ਕਿਰਪਾ ਕੀਤੀ। ਕਹਿੰਦੇ ਜਿਹੜੇ ਕਿ ਸਾਨੂੰ ਪਹਿਲਾਂ ਭਜਾਈ ਫਿਰਦੇ ਸੀ, ਇਹ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਕਹਿੰਦੇ ਹੁਣ ਇਹਨਾਂ ਨੂੰ ਕਾਬੂ ਕਰਕੇ ਪੈਰਾਂ ਥੱਲੇ ਦੇ ਲਿਆ, ਭਾਵ ਇਹਨਾਂ ਨੂੰ ਕਾਬੂ ਕਰ ਲਿਆ ਪੂਰੀ ਤਰ੍ਹਾਂ।
ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਭੀਨੇ। ਹੁਣ ਹਰੀ ਦੇ ਸਿਮਰਨ ਕਰਦਿਆਂ ਕਰਦਿਆਂ ਇਹ ਮੇਰਾ ਮਨ ਤੇ ਮੇਰਾ ਤਨ ਦੋਨੇ ਭਿੱਜੇ ਹੋਏ ਨੇ, ਭਾਵ ਨਰਮ ਨੇ, ਅੰਦਰ ਨਿਮਰਤਾ ਆ ਗਈ। ਜਿਹੜਾ ਪਹਿਲਾਂ ਹੰਕਾਰ ਨਾਲ ਭਰਿਆ ਹੋਇਆ ਮਨ ਸੀ ਹੁਣ ਦਰਬ ਗਿਆ, ਹੁਣ ਦਰਬ ਗਿਆ। ਹੁਣ ਦੂਜਿਆਂ ਦੇ ਦੁੱਖਾਂ ਨੂੰ ਵੇਖ ਕੇ ਅੱਖਾਂ ਛਲਕ ਪੈਂਦੀਆਂ ਨੇ। ਪਹਿਲਾਂ ਦੂਜਿਆਂ ਦੇ ਦੁੱਖਾਂ ਨੂੰ ਵੇਖ ਕੇ ਬੰਦਾ ਖੁਸ਼ ਹੁੰਦਾ ਸੀ ਵੀ ਚੰਗਾ ਇਹਨਾਂ ਨਾਲ ਐਂ ਹੋਣਾ ਚਾਹੀਦਾ ਸੀ, ਕਹਿੰਦੇ ਹੁਣ ਨਹੀਂ। ਹੁਣ ਤੇ ਕਹਿੰਦੇ ਮਨ ਦਰਬ ਗਿਆ, ਪਲਟ ਗਿਆ ਸਾਰਾ ਕੁਝ ਹੀ। ਹੁਣ ਮਨ ਵੀ ਭਿੱਜਿਆ ਹੋਇਆ, ਨਾਮ ਦੇ ਰਸ ਵਿੱਚ ਜੁੜਿਆ ਹੋਇਆ, ਤਨ ਵੀ ਨਾਮ ਦੇ ਰਸ ਵਿੱਚ ਜੁੜਿਆ ਹੋਇਆ। ਇਸ ਕਰਕੇ ਚੰਗੇ ਕਰਮ ਕਰਦਾ ਤਨ ਨਾਲ ਤੇ ਮਨ ਨਾਲ ਉਹਦਾ ਸਿਮਰਨ ਕਰਨ ਲੱਗ ਪਿਆ। ਕਹਿੰਦੇ ਇਹ ਅਵਸਥਾ ਬਣ ਗਈ ਅੰਦਰਲੀ। ਹਾਂਜੀ। पिता हमारो बड़ गोसाई, तिस पिता पह हों क्यों कर जाई, पिता हमारो वड गोसाई, तिस पिता पैहों क्यों कर जाई। महाराज ने कबीर साहब ने एक सवाल खड़ा किया कि मैं आ दुनिया के पिता की गल नहीं कर रहा, जिन्होंने असीं पिता जी कहण लग जाते हैं किसी बाबे नूं होर नूं, उन्हां दी गल नहीं हो रही। कहने मेरा पिता तो वो है वड्डा, जिहड़ा सारी धरती का साई है, मालक है, गोसाई है, पर मैं उहदे तक पहुँच किवें बनावां, वो बहुत वड्डा है, असीं ते बड़े छोटे हैं उहदे सामने। तिस पिता पैहों क्यों कर जाई, मैं उस पिता के पास किवें जावां, किवें पहुँच करिए असीं उहदे तक पहुँच सकीए, उस वाहिगुरू अकाल पुरख तक जिहड़ा कि सारी सृष्टि का मालक है, वो सारी धरती का मालक है। कहने असीं उहदे तक किवें पहुँच कर सकते हैं। देखो सवाल किया कबीर साहब ने। हाँ जी। सतगुर मिले ता मार्ग दिखाया, जागत पिता मेरे मन पाया, सतगुर मिले तां मार्ग दिखाया। ते नाल ही उत्तर दिंदे ने कबीर साहब, कहने जो सतगुर नूं मिले तां सतगुर ने सानूं मार्ग दस दिता, रस्ते पाता। ये तरीका है। जगत पिता मेरा मन भाया, हुण सारी सृष्टि का मालक, सारी सृष्टि का पिता वाहिगुरू अकाल पुरख हुण मेरे मन नूं भा गया, चंगा लगन लग पिया कि वो सारी सृष्टि का मालक है, सारिਆਂ ਨੂੰ ਦਿੰਦਾ आ रहा है। इस करके मारे कहने हुण मंगना ही उतों लग पे, हुण साडी आस ही उस तक हो गई। हाँ जी। हाँ पूत तेरा तू बाप मेरा, एक ठाहर दुहा बसेरा, क्योंकि जदों असीं सतगुर नूं मिले, उस मार्ग ते तुरे, नाम जपदियां सिमरन करदियां अपने जीवन नूं गुरु दे दसे मार्ग उत्ते चलदियां, ऐसी कोई गल नहीं, उस पिता नूं भी मिल लईदा है ते उहदे नाल गल भी हो जाती है। महाराज कहते सीधी गल करते हैं कबीर साहब कि तू हों पूत तेरा तू बाप मेरा, हे प्रभु असी तेरे पुत्र हाँ, तुसी साडे बाप हो, पिता हो। एक ठाहर दोहां बसेरा, असी ते बाहर ही भज्जे फिरदे सां, साडा टिकाणा तो एक जगह ते ही है, जिथे मन वसदा, जिथे मैं पिया वसदा सां उत्थे ते तूं वसदा सी। बस तूं ते मैं दा रौला सी अंदर, सतगुरु ने अंदरों मैं कढ़ दित्ती, जदों मैं गई ते तूं रह गया। फिर तू कहो कबीर जन एको बूझिया, कबीर साहब के जिन्हों ने एक करके उस वाहिगुरू अकाल पुरख नूं बुझिया, मीन समझिया, जान लिया, जिन्हों ने गुर प्रसाद मैं सब कुछ सूझिया, तो गुरु की कृपा नाल मैनूं सारा कुछ सोझी हो गई, ज्ञान हो गया, नॉलेज हो गई, समझ आ गई कि जिसनों असीं बाहर पए लभदे सां वो साडे हिरदे विच ही वसदा सी, साडे सब तो नज़दीक ही वो सी। हुण असीं गल सारी अपने प्यो नूं कहने आ, वो साडा पिता है वाहिगुरू अकाल पुरख। ये कृपा कीती गुरु ने सानूं मार्ग पा दिता, रस्ते पा दिता, ते सानूं उस अपने पिता नालों विछड़िया होयां नूं अपने पिता नाल
ਮਿਲਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नाम हम बारक हर प्रभ के हैं ए आणे।